ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਆਪਾਂ ਕਰਨ ਲੱਗੇ ਹਾਂ ਇੰਸੋਲਵੈਂਸੀ ਆਫ ਪਾਰਟਨਰ। ਜਦੋਂ ਇੱਕ ਤੁਹਾਡਾ ਫਰਮ ਦੇ ਵਿੱਚ ਇੱਕ ਪਾਰਟਨਰ ਇੰਸੋਲਵੈਂਟ ਹੋ ਜੇ ਤਾਂ ਉਹਦੇ ਕੀ ਟਰੀਟਮੈਂਟ ਕੀਤੇ ਜਾਂਦੇ ਆ, ਠੀਕ ਹੈ ਨਾ। ਸੋ ਇਹਦੇ ਵਾਸਤੇ ਇੱਕ ਰੂਲ ਹੈਗਾ ਗਾਰਨਰ ਵਰਸਸ ਮੁਰੇ। ਇੱਕ ਕੇਸ ਹੋਇਆ ਸੀ ਗਾਰਨਰ ਵਰਸਸ ਮੁਰੇ ਦਾ। ਇਹ ਗਾਰਨਰਸ ਅਤੇ ਮੁਰੇ ਦੇ ਆਪਸ ਵਿੱਚ ਕੇਸ ਕੀਤਾ ਸੀ ਕਿਉਂਕਿ ਉਹਨਾਂ ਦਾ ਇੱਕ ਪਾਰਟਨਰ ਹੈਗਾ ਸੀ ਵਿਲਕਿੰਸ। ਉਹਦੀ ਕੈਪੀਟਲ ਡੈਬਿਟ ਸਟੈਂਡ ਕਰਦੀ ਸੀ ਅਤੇ ਉਹ ਕੀ ਹੋ ਗਿਆ ਇੰਸੋਲਵੈਂਟ। ਇੰਸੋਲਵੈਂਟ ਦਾ ਸੈਂਸ ਵੀ ਉਹ ਤੋਂ ਕੋਈ ਬੈਂਕਰਪਟ ਹੋ ਗਿਆ, ਆਪਣੇ ਡੈਟ ਦੇ ਨਹੀਂ ਸੀ ਸਕਦਾ, ਉਹ ਆਪਣੇ ਪੈਸੇ ਹੀ ਨਹੀਂ ਸੀ ਦੇ ਸਕਦਾ। ਫਿਰ ਕੋਰਟ 'ਚ ਫੈਸਲਾ ਇਹ ਆਇਆ ਸੀ ਕਿ ਜਿਹੜੀ ਵੀ ਡੈਫੀਸ਼ੈਂਸੀ ਹੋਣਗੀਆਂ ਨਾ ਵਿਲਕਿੰਸ ਦੀਆਂ, ਉਹ ਜਿਹੜੇ ਸੋਲਵੈਂਟ ਪਾਰਟਨਰ ਹੋਣਗੇ ਜਿਵੇਂ ਕਿ ਗਾਰਨਰ ਅਤੇ ਮੁਰੇ ਦੋਨੋਂ ਆਪਣੀ ਕੈਪੀਟਲ ਦੀ ਰੇਸ਼ੋ ਵਿੱਚ ਸ਼ੇਅਰ ਕਰਨਗੇ। ਕਿਸ ਰੇਸ਼ੋ ਦੇ ਵਿੱਚ? ਆਪਣੀ ਕੈਪੀਟਲ ਦੀ ਰੇਸ਼ੋ ਦੇ ਵਿੱਚ। ਜੋ ਵੀ ਉਹਨਾਂ ਦੀ ਕੈਪੀਟਲ ਦੀ ਹੋਗੀ, ਜੋ ਵੀ ਉਹਨਾਂ ਦੀ ਕੈਪੀਟਲ ਹੋਏਗੀ ਉਹਦੀ ਰੇਸ਼ੋ ਬਣਾ ਕੇ ਉਸ ਵਿੱਚ ਉਹ ਵਿਲਕਿੰਸ ਦੇ ਪੈਸੇ ਪੇ ਕਰਨਗੇ। ਗਾਰਨਰ ਅਤੇ ਮੁਰੇ ਕਿਹਦੇ ਪੈਸੇ? ਵਿਲਕਿੰਸ ਵਾਲੇ। ਸੋ ਇਹਦੇ ਵਿੱਚ ਇਹੀ ਕੇਸ ਵਿੱਚ ਮੇਨ ਹੈਗਾ ਸੀ, ਠੀਕ ਹੈ। ਸੋ ਇੰਸੋਲਵੈਂਟ ਪਾਰਟਨਰ ਦੇ ਜਿਹੜੀ ਡੈਫੀਸ਼ੈਂਸੀ ਆ ਉਹ ਪੁਰਾਣੇ ਪਾਰਟਨਰ ਜਾਂ ਸੋਲਵੈਂਟ ਪਾਰਟਨਰ ਆਪਣੀ ਕੈਪੀਟਲ ਦੀ ਰੇਸ਼ੋ ਵਿੱਚ ਕੀ ਕਰਨਗੇ? ਸ਼ੇਅਰ ਕਰਨਗੇ, ਪੈਸੇ ਦੇਣਗੇ, ਪੇ ਕਰਨਗੇ। ਇਹਦਾ ਕੁਐਸਚਨ ਵੀ ਆਪਾਂ ਕਰਦੇ ਹਾਂ, ਹਾਊ ਟੂ ਕੈਲਕੂਲੇਟ ਕਿਵੇਂ ਕਰਨੀ ਹੈ ਰੇਸ਼ੋ ਆਫ ਸੋਲਵੈਂਟ ਪਾਰਟਨਰ। ਦੇਖੋ ਗਾਰਨਰ ਵਰਸਸ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜੇਕਰ ਤੇ ਕੈਪੀਟਲ ਹੋਏਗੀ ਫਿਕਸਡ ਅਤੇ ਫਿਰ ਤੁਹਾਨੂੰ ਪਤਾ ਫਿਕਸ ਕੈਪੀਟਲ ਵਿੱਚ ਦੋ ਮੈਥਡ ਬਣਦੇ, ਦੋ ਅਕਾਊਂਟ ਬਣਦੇ, ਇੱਕ ਕੈਪੀਟਲ ਅਕਾਊਂਟ ਬਣਦਾ, ਇੱਕ ਬਣਦਾ ਕਰੰਟ ਅਕਾਊਂਟ। ਤਾਂ ਕੈਪੀਟਲ ਅਕਾਊਂਟ ਦੇ ਵਿੱਚ ਜਿਹੜੀ ਕੈਪੀਟਲ ਹੋਏਗੀ ਉਸੇ ਦੀ ਰੇਸ਼ੋ ਲੈ ਲਈ ਜਾਏਗੀ, ਠੀਕ ਹੈ ਨਾ। ਜਦ ਕਿ ਫਲੈਕਚੁਏਟਿੰਗ ਦੇ ਵਿੱਚ ਜਿਹੜੀ ਕੈਪੀਟਲ ਕੱਢੀ ਜਾਏਗੀ ਉਹ ਕਿਵੇਂ ਕੱਢੀ ਜਾਏਗੀ? ਸਾਰੀਆਂ ਐਡਜਸਟਮੈਂਟਸ ਕਰਨ ਤੋਂ ਬਾਅਦ, ਬਸ ਰੀਅਲਾਈਜੇਸ਼ਨ ਦੀ ਡੈਫੀਸ਼ੈਂਸੀ ਤੋਂ ਪਹਿਲਾਂ। ਜੇ ਰੀਅਲਾਈਜੇਸ਼ਨ ਦਾ ਕੋਈ ਲਾਸ ਹੈਗਾ, ਜਿੱਦਾਂ ਕਿ ਇੱਥੇ ਲਿਖਿਆ ਹੀ ਆ, when the partners follow the fluctuating capital method, the deficiency of insolvent partner is to be borne by the insolvent partner in the share in the ratio of their capital that exists after the due, ਜਿਹੜੀ ਐਗਜ਼ਿਸਟ ਕਰੇਗੀ ਆਫਟਰ ਦਾ ਡਿਊ ਐਡਜਸਟਮੈਂਟਸ, ਸਾਰੀਆਂ ਐਡਜਸਟਮੈਂਟਸ ਇਨ ਰਿਸਪੈਕਟ ਆਫ ਰਿਜ਼ਰਵ ਦੇ, ਪ੍ਰੋਫਿਟ ਲਾਸ ਦੇ, ਡਰਾਇੰਗਸ ਦੇ, ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗਸ, ਜਿਹੜੇ ਵੀ ਇੰਪੋਰਟੈਂਟ ਟਰੀਟਮੈਂਟ ਹੈਗੇ ਉਹ ਕਰਨ ਤੋਂ ਬਾਅਦ ਜਿਹੜੀ ਕੈਪੀਟਲ ਆਏਗੀ ਪਲੱਸ ਮਾਈਨਸ ਕਰਨ ਤੋਂ ਬਾਅਦ ਅਪ ਟੂ ਡੇਟ ਆਫ ਡਿਜ਼ੋਲੂਸ਼ਨ ਤੱਕ ਜਿਹੜੇ ਵੀ ਵਾਧੇ ਘਾਟੇ ਹੈਗੇ ਆ, ਜਿੰਨੇ ਵੀ ਰਿਜ਼ਰਵ ਹੈਗੇ ਉਹ ਵੰਡਣ ਤੋਂ ਬਾਅਦ, ਪ੍ਰੋਫਿਟ ਵੰਡਣ ਤੋਂ ਬਾਅਦ, ਡਰਾਇੰਗਸ, ਇੰਟਰਸਟ ਔਨ ਕੈਪੀਟਲ ਵੰਡਣ ਤੋਂ ਬਾਅਦ ਜਿਹੜੀ ਡੇਟ 'ਤੇ ਕੈਪੀਟਲ ਆਏਗੀ ਅਪ ਟੂ ਦਾ ਡੇਟ ਆਫ ਡਿਜ਼ੋਲੂਸ਼ਨ ਜਿਹੜੀ ਕੈਪੀਟਲ ਆਏਗੀ ਉਸ ਦੀ ਰੇਸ਼ੋ ਵਿੱਚ ਇੰਸੋਲਵੈਂਟ ਪਾਰਟਨਰ ਦੀ ਜਿਹੜੀ ਇੰਸੋਲਵੈਂਸੀ ਜਾਂ ਡੈਫੀਸ਼ੈਂਸੀ ਹੈਗੀ ਉਹ ਸੋਲਵੈਂਟ ਪਾਰਟਨਰ ਵੰਡਣਗੇ। ਬਟ ਬਿਫੋਰ ਮੇਕਿੰਗ ਐਡਜਸਟਮੈਂਟ ਆਫ ਪ੍ਰੋਫਿਟ ਲਾਸ ਔਨ ਰੀਅਲਾਈਜੇਸ਼ਨ, ਅਤੇ ਪ੍ਰੋਫਿਟ ਲਾਸ ਔਰ ਰੀਅਲਾਈਜੇਸ਼ਨ ਦੀ ਐਡਜਸਟਮੈਂਟ ਕਰਨ ਤੋਂ ਪਹਿਲਾਂ। ਇਟ ਮੀਨਸ ਰੀਅਲਾਈਜੇਸ਼ਨ ਦੀ ਜਿਹੜੀ ਹੈਗੀ ਆ, ਜਿਹੜੀ ਰੀਅਲਾਈਜੇਸ਼ਨ ਅਕਾਊਂਟ ਤੋਂ ਪ੍ਰੋਫਿਟ ਜਾਂ ਲਾਸ ਹੋਊਗਾ ਉਹ ਆਪਣੇ ਉਹ ਪ੍ਰੋਫਿਟ ਐਂਡ ਲਾਸ ਜਿਹੜਾ ਅਕਾਊਂਟ ਹੈਗਾ ਵਾ ਜਾਂ ਪ੍ਰੋਫਿਟ ਲਾਸ ਰੇਸ਼ੋ ਹੈਗੀ ਉਹਦੇ ਅਕੋਰਡਿੰਗ ਐਜ਼ ਇਟ ਹੀ ਬਣ ਦੇਣਗੇ। ਪਹਿਲਾਂ ਉਹ ਸਾਰੇ ਪਾਰਟਨਰਸ ਜਿਹੜੇ ਭਾਵੇਂ ਪ੍ਰੋਫਿਟ ਹੋਇਆ ਰੀਅਲਾਈਜੇਸ਼ਨ ਤੋਂ ਚਾਹੇ ਲਾਸ ਹੋਇਆ ਐਜ਼ ਇਟ ਹੀ ਵੰਡੀ ਜਾਏਗੀ। ਅਤੇ ਉਸ ਤੋਂ ਬਾਅਦ ਸਾਰੀਆਂ ਐਡਜਸਟਮੈਂਟ ਕਰਨ ਤੋਂ ਬਾਅਦ ਜਿਹੜੀ ਕੈਪੀਟਲ ਆਏਗੀ ਜੋ ਇੰਸੋਲਵੈਂਟ ਪਾਰਟਨਰ ਦੀ ਡੈਫੀਸ਼ੈਂਸੀ ਹੈਗੀ ਉਹ ਵੰਡਣਗੇ ਆਪਸ ਵਿੱਚ, ਠੀਕ ਹੈ। ਇੱਥੇ ਵੀ ਇਹ ਚੀਜ਼ ਬੋਲੀ, the solvent partner should bring cash in their share of realization loss। solvent partner ਕੈਸ਼ ਵੀ ਲੈ ਕੇ ਆਉਣਗੇ। ਪਹਿਲਾ ਪੁਆਇੰਟ ਇਹ ਵੇਖੋ ਵੀ ਜਿਹੜਾ ਵੀ ਜੇਕਰ ਲਾਸ ਹੋਇਆ ਰੀਅਲਾਈਜੇਸ਼ਨ ਤੋਂ, ਰੀਅਲਾਈਜੇਸ਼ਨ ਅਕਾਊਂਟ ਜਿਵੇਂ ਕਿ ਆਹ ਵਾ ਨਾ, ਇੱਥੇ ਵੇਖ ਲੈਂਦੇ ਜਿੱਦਾਂ ਰੀਅਲਾਈਜੇਸ਼ਨ ਅਕਾਊਂਟ ਆ ਰਿਹਾ ਰੀਅਲਾਈਜੇਸ਼ਨ ਅਕਾਊਂਟ, ਜਿੱਦਾਂ ਆਹ ਲਾਸ ਹੋਇਆ ਇਹ ਤੇ ਇਹ ਕੁਐਸਚਨ ਵੀ ਕਰਦੇ ਹਾਂ, ਇਹ ਲਾਸ ਵੀ ਉਹ ਕੈਸ਼ ਲੈ ਕੇ ਆਉਣਗੇ। ਵੇਖੋ ਅੱਗੇ ਕੈਸ਼ ਲਿਆਂਦਾ ਵੀ ਹੋਣਾ, ਇੱਥੇ ਆ ਰਿਹਾ, ਇਹ ਕਿੱਥੇ ਆ ਰਿਹਾ A ਅਤੇ B ਲਿਆਂਦਾ ਨਾ ਕੈਸ਼, ਇਹ ਲੈ ਕੇ ਆਉਣਗੇ A ਅਤੇ B, ਠੀਕ ਹੈ। ਅਤੇ ਐਜ਼ ਇਟ ਹੀ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਲਾਸ ਨੂੰ ਵੀ ਰੀਅਲਾਈਜੇਸ਼ਨ ਦੇ ਲਾਸ ਨੂੰ ਡਿਸਟਰੀਬਿਊਟ ਕੀਤਾ ਗਿਆ, ਆ ਰਿਹਾ 4:3:1 ਦੀ ਰੇਸ਼ੋ ਦੇ ਵਿੱਚ। ਸੋ ਇਹੀ ਪੁਆਇੰਟ ਉਹਨੇ ਇੱਥੇ ਬੋਲਿਆ। ਸੋ ਪਹਿਲੋਂ ਜਿਹੜੇ ਰੀਅਲਾਈਜੇਸ਼ਨ ਦੇ ਲਾਸ ਅਤੇ ਪ੍ਰੋਫਿਟ ਹੋਏਗਾ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਐਜ਼ ਇਟ ਹੀ ਵੰਡ ਦਿੱਤਾ ਜਾਏਗਾ। ਫਿਰ ਜਿੰਨਾ ਵੀ ਲਾਸ ਹੋਏਗਾ ਸੋਲਵੈਂਟ ਪਾਰਟਨਰ ਲੈ ਕੇ ਆਉਣਗੇ ਕੈਸ਼ ਦੇ ਰੂਪ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਵੀ ਡੈਫੀਸ਼ੈਂਸੀ ਹੋਏਗੀ ਕਿਹਦੀ? ਇੰਸੋਲਵੈਂਟ ਪਾਰਟਨਰ ਦੀ, ਉਹ ਸੋਲਵੈਂਟ ਪਾਰਟਨਰ ਆਪਣੀ ਜੋ ਉਹਨਾਂ ਦੀ ਕੈਪੀਟਲ ਹੈਗੀ ਆ ਉਹਦੇ ਪ੍ਰਪੋਰਸ਼ਨ 'ਚ ਡਿਸਟਰੀਬਿਊਟ ਕਰਨਗੇ। ਸਮਝ ਗਏ? ਇਹ ਪੁਆਇੰਟ ਇਹਦੇ ਵਿੱਚ ਹੈਗਾ। ਅੱਛਾ, ਗਾਰਨਰ ਵਰਸਸ ਮੁਰੇ ਰੂਲ ਤਾਂ ਹੀ ਲਾਉਣਾ ਵਾ ਜੇ ਕੁਐਸਚਨ ਨੇ ਬੋਲਿਆ। ਅੱਛਾ, ਉਸ ਤੋਂ ਬਾਅਦ ਇਹ ਹੋ ਗਿਆ ਸਾਡਾ ਜੋ ਡੈਫੀਸ਼ੈਂਸੀ
ਗਾਰਨਰ ਵਰਸਸ ਮੂਰੇ ਰੂਲ ਤਾਂ ਹੀ ਐਪਲੀਕੇਬਲ ਹੋਏਗਾ ਜੇ ਕੁਐਸਚਨ 'ਚ ਬੋਲਿਆ ਵਾ ਵੀ ਗਾਰਨਰ ਵਰਸਸ ਮੂਰੇ ਰੂਲ ਨੂੰ ਇੰਪਲੀਮੈਂਟ ਕਰਨਾ, ਤੇ ਇੰਪਲੀਮੈਂਟ ਵੀ ਤਾਂ ਹੋਏਗਾ ਜੇਕਰ ਇੱਕ ਪਾਰਟਨਰ ਇਨਸੋਲਵੈਂਟ ਹੈਗਾ, ਅਦਰਵਾਈਜ਼ ਨਹੀਂ ਹੋਏਗਾ। ਸਮਝ ਗਏ। ਸੋ ਇਹ ਜਿਹੜਾ ਆਪਣਾ ਐਕਟ ਹੈਗਾ ਵਾ ਇੰਡੀਅਨ ਪਾਰਟਨਰਸ਼ਿਪ ਐਕਟ, ਉਹਦੇ ਸੈਕਸ਼ਨ 48 ਵਿੱਚ ਵੀ ਇਹਦੇ ਵਾਂਗੂ ਹੀ ਦੱਸਿਆ ਗਿਆ। ਸੋ ਇੰਡੀਆ ਵਿੱਚ ਵੀ ਇੰਪਲੀਮੈਂਟ ਹੁੰਦਾ ਵਾ ਸੇਮ ਜਿਸ ਤਰ੍ਹਾਂ ਗਾਰਨਰ ਵਰਸਸ ਮੂਰੇ ਰੂਲ 'ਚ ਬੋਲਿਆ ਗਿਆ, ਉਸੇ ਤਰੀਕੇ ਦੇ ਨਾਲ। ਇਹਨੇ ਥੋੜ੍ਹਾ ਜਿਹਾ ਅਕਾਊਂਟਿੰਗ ਟਰੀਟਮੈਂਟ ਆਪਾਂ ਸਮਝੀਏ। ਪਹਿਲਾਂ ਸਭ ਤੋਂ ਪਹਿਲਾਂ ਅਸੀਂ ਰੀਅਲਾਈਜ਼ੇਸ਼ਨ ਅਕਾਊਂਟ ਬਣਾਵਾਂਗੇ, ਉਹ ਤੋਂ ਜੋ ਵੀ ਪ੍ਰੋਫਿਟ ਤੇ ਲਾਸ ਆਏਗਾ ਉਹ ਐਜ਼ ਇਟ ਹੀ ਡਿਸਟਰੀਬਿਊਟ ਕਰ ਦਿੱਤਾ ਜਾਊਗਾ ਪਾਰਟਨਰਸ ਦੇ ਵਿੱਚ। ਸਮਝ ਕੇ ਪਹਿਲੀ ਗੱਲ ਤਾਂ ਇਹ ਬੋਲਤੀ। ਫਿਰ ਕੈਸ਼ ਲੈ ਕੇ ਆਉਣਗੇ ਸੋਲਵੈਂਟ ਪਾਰਟਨਰ। ਸੋਲਵੈਂਟ ਜੋ ਵੀ ਰੀਅਲਾਈਜ਼ੇਸ਼ਨ ਤੋਂ ਪ੍ਰੋਫਿਟ ਤੇ ਲਾਸ ਹੋਇਆ, ਜੇ ਲਾਸ ਹੋਇਆ ਤਾਂ ਉਹ ਕੈਸ਼ ਕੌਣ ਲੈ ਕੇ ਆਉਣਗੇ? ਸੋਲਵੈਂਟ ਪਾਰਟਨਰ ਲੈ ਕੇ ਆਉਣਗੇ। ਤੇ ਜੇਕਰ ਕੋਈ ਕੈਸ਼ ਇਨਸੋਲਵੈਂਟ ਪਾਰਟਨਰ ਨੇ ਵੀ ਦਿੱਤਾ ਵਾ ਤਾਂ ਉਹਦੀ ਐਂਟਰੀ ਇੱਦਾਂ ਹੋਏਗੀ। ਸੋਲਵੈਂਟ ਪਾਰਟਨਰ ਜਿਹੜੇ ਲੈ ਕੇ ਆਉਣਗੇ, ਕੈਸ਼ ਆਏਗਾ ਬਿਜ਼ਨਸ ਕੈਸ਼ ਅਕਾਊਂਟ ਡੈਬਿਟ ਟੂ ਸੋਲਵੈਂਟ ਪਾਰਟਨਰਸ ਕੈਪੀਟਲ ਅਕਾਊਂਟ। ਜੇਕਰ ਕੁਛ ਪੈਸਾ ਇਨਸੋਲਵੈਂਟ ਪਾਰਟਨਰ ਨੇ ਵੀ ਦਿੱਤਾ ਵਾ ਪ੍ਰਪੋਰਸ਼ਨ ਦੇ ਵਿੱਚ, ਉਹਦੀ ਐਂਟਰੀ ਵੀ ਇਹੀ ਹੋਏਗੀ, ਕੈਸ਼ ਅਕਾਊਂਟ ਜਾਂ ਬੈਂਕ ਅਕਾਊਂਟ ਡੈਬਿਟ ਟੂ ਪਾਰਟਨਰ ਇਨਸੋਲਵੈਂਟ ਪਾਰਟਨਰਸ ਕੈਪੀਟਲ ਅਕਾਊਂਟ। ਜਦੋਂ ਕੋਈ ਪੈਸਾ ਲੈ ਕੇ ਆਉਂਦਾ ਤਾਂ ਕੈਪੀਟਲ ਹਮੇਸ਼ਾ ਕ੍ਰੈਡਿਟ ਹੀ ਹੁੰਦੀ ਹੈ। ਫਿਰ ਰੇਸ਼ੋ ਕੈਲਕੂਲੇਟ ਕੀਤੀ ਜਾਏਗੀ। ਜਿਹਦੇ ਫਿਕਸ ਕੈਪੀਟਲ ਮੈਥਡ ਵਾ ਫਿਰ ਤੇ ਉਹੀ ਜੋ ਉਹ ਕਲੋਜ਼ਿੰਗ ਬੈਲੈਂਸ ਹੋਏਗਾ ਸਿੱਧਾ ਹੀ। ਜੇ ਫਲੈਕਚੁਏਟਿੰਗ ਹੈ ਫਿਰ ਐਡਜਸਟਮੈਂਟ ਕਰਨ ਤੋਂ ਬਾਅਦ, ਐਡਜਸਟਮੈਂਟਸ ਕਿਹੜੀਆਂ ਉਹ ਜਿਵੇਂ ਕਿ ਆਪਣਾ ਰਿਜ਼ਰਵ ਵੰਡਣ ਤੋਂ ਬਾਅਦ ਜਾਂ ਗੁੱਡਵਿਲ ਹੈਗੀ ਤਾਂ ਉਹ ਵੀ ਵੰਡਣ ਤੋਂ ਬਾਅਦ, ਠੀਕ ਹੈ ਨਾ। ਇਹੋ ਜਿਹੀਆਂ ਚੀਜ਼ਾਂ ਜਾਂ ਜੇ ਹੈਗੇ ਸਾਡੀਆਂ ਚੀਜ਼ਾਂ ਪ੍ਰੋਫਿਟ ਲਾਸ ਵਗੈਰਾ ਵੰਡਣ ਤੋਂ ਬਾਅਦ, ਠੀਕ ਹੈ। ਜੋ ਐਂਡ 'ਤੇ ਅਪ ਟੂ ਦਾ ਡੇਟ ਜਿਹੜੀ ਕੈਪੀਟਲ ਆਏਗੀ ਉਹਦੀ ਰੇਸ਼ੋ ਬਣਾ ਕੇ ਉਸ ਵਿੱਚ ਆਪਾਂ ਵੰਡਾਂਗੇ ਟ੍ਰਾਂਸਫਰ ਆਫ ਡੈਫੀਸ਼ੀਐਂਸੀ ਆਫ ਇਨਸੋਲਵੈਂਟ ਪਾਰਟਨਰ। ਅਤੇ ਕਿਵੇਂ ਵੰਡਾਂਗੇ? ਸੋਲਵੈਂਟ ਪਾਰਟਨਰਸ ਦੀ ਕੈਪੀਟਲ ਉਹਨੇ ਨਾਲ ਡੈਬਿਟ ਹੋ ਜਾਏ, ਕਿਉਂਕਿ ਇਨਸੋਲਵੈਂਟ ਪਾਰਟਨਰ ਦੀ ਕੈਪੀਟਲ ਆਲਰੇਡੀ ਡੈਬਿਟ ਸਟੈਂਡ ਕਰਦੀ ਪਈ ਆ। ਜਿੱਦਾਂ ਕਿ ਇੱਥੇ ਬੋਲਦੀ ਪਈ ਵਿਲਕਨਸ ਦੀ ਕੈਪੀਟਲ ਕੀ ਸਟੈਂਡ ਕਰਦੀ ਪਈ ਆ? ਡੈਬਿਟ ਸਟੈਂਡ ਕਰਦੀ ਪਈ, ਤਾਂ ਹੀ ਐਸਟ ਸਾਈਡ ਆ। ਅਤੇ ਇਸ ਨੂੰ ਕਿਵੇਂ ਕੈਂਸਲ ਕਰਾਂਗੇ? ਕ੍ਰੈਡਿਟ ਕਰਕੇ। ਇਸ ਲਈ ਇਨਸੋਲਵੈਂਟ ਪਾਰਟਨਰਸ ਦੀ ਕੈਪੀਟਲ ਕ੍ਰੈਡਿਟ ਹੋਏਗੀ ਅਤੇ ਸੋਲਵੈਂਟ ਪਾਰਟਨਰ ਦੀ ਕੈਪੀਟਲ ਡੈਬਿਟ ਹੋਏਗੀ ਉਸ ਰੇਸ਼ੋ ਦੇ ਵਿੱਚ। ਸੋ ਉਸ ਤੋਂ ਬਾਅਦ ਸੈਟਲਿੰਗ ਐਂਡ 'ਤੇ ਸੈਟਲਿੰਗ ਹੋਏਗੀ। ਜੇਕਰ ਸੋਲਵੈਂਟ ਪਾਰਟਨਰਸ ਦੀ ਕੈਪੀਟਲ ਡੈਬਿਟ ਸਟੈਂਡ ਕਰਦੀ ਹੈ ਤਾਂ ਉਹਨਾਂ ਨੂੰ ਹੋਰ ਪੈਸੇ ਦੇਣੇ ਪੈਣਗੇ। ਇਟ ਮੀਨਸ ਕੈਸ਼ ਅਕਾਊਂਟ ਡੈਬਿਟ ਟੂ ਸੋਲਵੈਂਟ ਪਾਰਟਨਰਸ ਕੈਪੀਟਲ ਅਕਾਊਂਟ ਹੋਏਗਾ। ਜੇਕਰ ਕ੍ਰੈਡਿਟ ਸਟੈਂਡ ਕਰਦੀ ਹੈ ਤਾਂ ਉਹਨਾਂ ਨੂੰ ਪੇਮੈਂਟ ਕਰ ਦਿੱਤੀ ਜਾਊਗੀ, ਡੈਬਿਟ ਕਰਕੇ ਉਹਨਾਂ ਦੀ ਕੈਪੀਟਲ ਖਤਮ ਕਰ ਦਿੱਤੀ ਜਾਊਗੀ ਅਤੇ ਕੈਸ਼ ਥਰੂ ਉਹਨਾਂ ਨੂੰ ਪੇਮੈਂਟ ਕਰ ਦਿੱਤੀ ਜਾਊਗੀ। ਸੋਲਵੈਂਟ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਕੈਸ਼ ਔਰ ਬੈਂਕ ਅਕਾਊਂਟ। ਸਮਝ ਗਏ? ਇਸ ਤਰੀਕੇ ਨਾਲ ਐਂਟਰੀ ਹੋ ਗਈ। ਹੁਣ ਆਪਾਂ ਇੱਕ ਛੋਟਾ ਜਿਹਾ ਕੁਐਸਚਨ ਦੇਖਦੇ ਹਾਂ। ABC 3 ਪਾਰਟਨਰ ਹੈਗੇ ਆ ਜੀ। ABC 3 ਪਾਰਟਨਰ ਹੈਗੇ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਹਨਾਂ ਦੀ ਕੀ 4:3:1 ਦੀ। ਦੇ dissolve ਦਾ ਪਾਰਟਨਰਸ਼ਿਪ ਡਿਊਰਿੰਗ ਦਾ ਕੋਰਸ ਆਫ ਡਿਜ਼ੋਲੂਸ਼ਨ। ਸੀ ਜਦੋਂ ਉਹ ਕਰਦੇ ਪਏ, ਸੀ ਡਿਜ਼ੋਲਵ ਕਰਦੇ ਪਏ, ਸੀ ਕੀ ਹੋ ਗਿਆ? ਇਨਸੋਲਵੈਂਟ ਹੋ ਗਿਆ। ਅਤੇ ਸਿਰਫ ਉਹ 60 ਪੈਸਾ ਹੀ ਪੇ ਕਰ ਸਕਦਾ। 60 ਪੈਸਾ 1 ਰੁਪਏ ਵਿੱਚੋਂ ਸਿਰਫ 60 ਪੈਸਾ ਪੇਸ ਕਰ ਸਕਦਾ। 60 ਪੈਸਾ ਮੀਨਸ ਜੇ 1 ਰੁਪਏ ਦਾ ਉਧਾਰ ਹੋਏਗਾ ਸੀ ਤੇ ਤਾਂ ਉਹ ਸਿਰਫ 60 ਪੈਸੇ ਹੀ ਦੇ ਸਕਦਾ। ਜੇ 1 ਰੁਪਇਆ ਉਧਾਰ ਹੋਏਗਾ ਤਾਂ ਕਿੰਨੇ ਪੈਸੇ ਦੇ ਸਕਦਾ? ਸਿਰਫ 60 ਪੈਸੇ ਹੀ ਪੇ ਕਰ ਸਕਦਾ। ਦਾ ਫੋਲੋਇੰਗ ਬੈਲੈਂਸ ਸ਼ੀਟ ਸ਼ੋ ਦਾ ਬੈਲੈਂਸ ਇਨ ਔਨ ਦਾ ਡੇਟ ਆਫ ਡਿਜ਼ੋਲੂਸ਼ਨ। तो डाटा लिखता है इन्होंने वैसे ऑन दी डेट ऑफ डिजोल्यूशन। ओके सो ਉਹਦੇ ਵਿੱਚ ਸਾਨੂੰ ਬੈਲੈਂਸ ਸ਼ੀਟ ਗਿਵਨ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਕਿ ਕੈਪੀਟਲ ਹੈਗੀ ਹੈ A ਤੇ B ਦੀ ਇੰਨੀ 12000 ਤੇ 3000 ਸਿੱਧੀ ਰੇਸ਼ੋ ਵੀ ਸਾਨੂੰ ਮਿਲੇਗੀ। ਕੀ ਰੇਸ਼ੋ ਆ? ਇਹਨੂੰ ਆਪਾਂ ਲਿਖ ਸਕਦੇ ਹਾਂ 4:1 ਦੀ ਰੇਸ਼ੋ ਵੀ ਬੋਲ ਸਕਦੇ ਹਾਂ, ਕਿਉਂਕਿ 3 ਦੀ ਕਾਮਨ ਟੇਬਲ ਤੇ ਨੇ ਵੰਡਿਆ ਹੈ ਨਾ। ਸੋ 4:1 ਦੀ ਰੇਸ਼ੋ ਵੀ ਆਪਾਂ ਬੋਲ ਸਕਦੇ ਹਾਂ। ਅੱਛਾ ਇਹਦੇ ਵਿੱਚ ਸੀ ਦੀ ਕੈਪੀਟਲ ਵੇਖੋ ਕੀ ਹੈ? ਡੈਬਿਟ ਸਟੈਂਡ ਕਰਦੀ ਪਈ ਆ। ਇਟ ਮੀਨਸ ਉਹਨੂੰ ਓਵਰਡਰਾਉਨ ਕਰਾਏ ਪੈਸੇ, ਤੇ ਸੀ ਕੀ ਹੋ ਗਿਆ? ਇਨਸੋਲਵੈਂਟ। ਬਾਈ ਚਾਂਸ ਸੀ ਨੇ ਉਹ ਪੈਸੇ ਓਵਰਡਰਾਉਨ ਕਰਾਏ ਹੁੰਦੇ, ਐਸਟ ਸਾਈਡ ਹੁੰਦਾ, ਪਰ ਉਹ ਇਨਸੋਲਵੈਂਟ ਨਾ ਹੁੰਦਾ ਤੇ ਫਿਰ ਨਹੀਂ ਸ਼ੇਅਰ ਦੇਣਾ, ਫਿਰ ਨਹੀਂ ਸੋਲਵੈਂਟ ਪਾਰਟਨਰ ਨੇ ਸ਼ੇਅਰ ਦੇਣਾ। ਇਟ ਮੀਨਸ ਸੀ ਕੀ ਹੁੰਦਾ? ਸੋਲਵੈਂਟ ਹੀ ਹੁੰਦਾ, ਇਨਸੋਲਵੈਂਟ ਨਾ ਹੁੰਦਾ। ਤੇ ਬੈਲੈਂਸ ਉਹਦਾ ਫਿਰ ਵੀ ਕੀ ਸਟੈਂਡ ਕਰਦਾ ਹੁੰਦਾ? ਡੈਬਿਟ ਸਟੈਂਡ ਕਰਦਾ, ਜਾਣੀ ਕਿ ਐਸਟ ਸਾਈਡ ਹੁੰਦਾ। ਤੇ ਫਿਰ ਸ਼ੇਅਰ ਦੇਣ ਦੀ ਫਿਰ ਗਾਰਨਰਸ ਵਰਸਸ ਮੂਰੇ ਰੂਲ ਇੰਪਲੀਮੈਂਟ ਨਹੀਂ ਹੋਏਗਾ। ਜਸਟ ਉਸ ਕੇਸ 'ਚ ਹੋਏਗਾ ਜਦੋਂ ਕੀ ਹੋਏਗਾ? ਇਨਸੋਲਵੈਂਟ ਹੋ ਗਿਆ। ਅੱਛਾ ਜੀ, ਉਸ ਤੋਂ ਬਾਅਦ ਐਸੈਟਸ ਕਿੰਨੇ ਦੇ ਰਿਲਾਈਜ਼ ਹੋਏ ਸਾਹਮਣੇ ਤੁਹਾਨੂੰ ਦੱਸੇ। ਐਸੈਟ ਦੀ ਰਿਲਾਈਜੇਸ਼ਨ ਦੱਸੀ ਆ। 5% ਡਿਸਕਾਊਂਟ ਦਿੱਤਾ ਸਾਡੇ ਕ੍ਰੈਡੀਟਰਸ ਨੇ। ਲਾਈਬਿਲਿਟੀ ਹੈਗੀ, ਕੰਟੀਜੈਂਟ ਲਾਈਬਿਲਿਟੀ ਹੈਗੀ ਆ, ਉਹ ਵੀ ਅਸੀਂ ਪੇ ਕਰਾਂਗੇ ਜੀ। ਅਤੇ ਹੋਰ ਐਕਸਪੈਂਸਿਸ ਹੈਗੇ ਆ 200 ਰੁਪਏ ਦੇ, ਉਹ ਵੀ ਪੇ ਕਰਾਂਗੇ। ਯੂ ਆਰ ਰਿਕਵਾਇਰਡ ਟੂ ਨੈਸੈਸਰੀ ਅਕਾਊਂਟਸ ਆਫ ਔਨ ਦਾ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਇਨ ਅਕੋਰਡੈਂਸ ਵਿਦ ਦਾ ਡਿਸੀਜਨ ਇਨ ਗਾਰਨਰ ਵਰਸਸ ਮੂਰੇ ਰੂਲ। ਇਟ ਮੀਨਸ ਇਹ ਕੁਐਸਚਨ ਨੂੰ ਆਪਾਂ ਸੋਲਵ ਕਰਨਾ ਗਾਰਨਰ ਵਰਸਸ ਮੂਰੇ ਰੂਲ ਦੇ ਨਾਲ ਸੋਲਵ ਕਰਨਾ। ਹੁਣ ਇੱਕ ਪਾਰਟਨਰ ਇਨਸੋਲਵੈਂਟ ਹੈਗਾ। ਸੋ ਸਭ ਤੋਂ ਪਹਿਲਾਂ ਆਪਾਂ ਰੀਅਲਾਈਜ਼ੇਸ਼ਨ ਅਕਾਊਂਟ ਬਣਾਵਾਂਗੇ। ਮੈਂ ਤੁਹਾਨੂੰ ਕੱਲ੍ਹ ਵੀਡੀਓ ਜਿਹੜੀ ਅੱਜ ਹੀ ਅਪਲੋਡ ਕੀਤੀ ਤੁਹਾਨੂੰ ਦੱਸਿਆ ਉਹਦੇ ਵਿੱਚ ਵੀ ਆਪਾਂ ਸਾਰੇ ਐਸੈਟਸ ਪਹਿਲੋਂ ਟ੍ਰਾਂਸਫਰ ਕਰਾਂਗੇ ਕੈਸ਼ ਨੂੰ ਛੱਡ ਕੇ। ਡੈਟਰਸ, ਸਟਾਕ, ਲੈਂਡ ਬਿਲਡਿੰਗ ਅਤੇ ਪਲਾਂਟ ਮਸ਼ੀਨਰੀ
ਆ ਬਾਕੀ ਇਹ ਸਭ ਦੀ ਇੱਕ ਸਭ ਦੀ ਫਿਕਟੀਸ਼ੀਅਸ ਐਸੈਟਸ ਹੀ ਆ, ਕੋਈ ਐਸੈਟਸ ਤੇ ਨਹੀਂ ਹੈਗਾ। ਇਸ ਚੀਜ਼ ਨੂੰ ਛੱਡ ਕੇ ਬਾਕੀ ਸਾਰੇ ਐਸੈਟਸ ਨੂੰ ਆਪਾਂ ਟ੍ਰਾਂਸਫਰ ਕਰ ਦਿੱਤਾ। ਨਾਲੇ ਇਹ ਇੰਟਰਨਲ ਮੈਟਰ ਆ। ਓਕੇ, ਸੋ ਆਪਾਂ ਇੱਥੇ ਲਿਖ ਦਿੱਤੇ। ਨਾਲੇ ਵੇਖੋ ਇੱਕ ਹਿਸਾਬ ਲਾਓ, ਜਿਹੜਾ ਐਸੈਟਸ ਉਹੀ ਆਪਾਂ ਟ੍ਰਾਂਸਫਰ ਕਰਾਂਗੇ ਜਿਸ ਤੋਂ ਸਾਨੂੰ ਕੁਝ ਕੈਸ਼ ਰਿਲਾਈਜ਼ ਹੋਣਾ। ਹੁਣ ਕੈਪੀਟਲ ਕੋਈ ਐਸੈਟ ਤਾਂ ਹੈਗਾ ਨਹੀਂ, ਜੇ ਐਸੈਟ ਨੂੰ ਟ੍ਰਾਂਸਫਰ ਵੀ ਕਰੋਗੇ, ਕੈਪੀਟਲ ਨੂੰ ਟ੍ਰਾਂਸਫਰ ਵੀ ਇੱਥੇ ਕਰ ਦੋਗੇ ਅਤੇ ਇਹ ਤੋਂ ਸਾਨੂੰ ਕੋਈ ਕੈਸ਼ ਥੋੜ੍ਹੀ ਰਿਲਾਈਜ਼ ਹੋਣ ਲੱਗਾ। ਠੀਕ ਹੈ ਨਾ, ਜਿਸ ਤੋਂ ਕੁਛ ਰਿਲਾਈਜ਼ ਨਹੀਂ ਹੋਣਾ ਉਸ ਨੂੰ ਆਪਾਂ ਟ੍ਰਾਂਸਫਰ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਇੱਥੇ। ਹਾਂ, ਇੱਕ ਚੀਜ਼ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਕੁਛ ਹੁਣ ਇਹ ਐਸੈਟਸ ਜਿਹੜੇ ਹੈਗੇ ਇੱਕ ਹਿਸਾਬ ਦੇ ਫਿਕਟੀਸ਼ੀਅਸ ਟਾਈਪ ਦੇ ਹੈਗੇ ਆ, ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਵੀ ਜਿਹੜੀ ਸਾਨੂੰ ਕੁਛ ਰਿਲਾਈਜ਼ ਕਰਵਾਵੇ। ਸੋ ਇਹਨੂੰ ਆਪਾਂ ਨਹੀਂ ਸੀ ਲਿਖਾਂਗੇ ਇੱਥੇ। ਤੋ ਉਸ ਤੋਂ ਬਾਅਦ ਨੈਕਸਟ ਸਾਡਾ ਟੋਪਿਕ ਜਿਹੜਾ ਇਹਦੇ ਵਿੱਚ ਹੈਗਾ ਵਾ ਆਊਟਸਾਈਡ ਲਾਈਬਿਲਿਟੀ ਟ੍ਰਾਂਸਫਰ ਕਰਾਂਗੇ। ਕਿਹੜੇ ਕਰੈਕਟਰਸ ਹੈਗੇ ਉਹ ਆਪਾਂ ਟ੍ਰਾਂਸਫਰ ਕਰ ਦਿੱਤੇ। ਆਊਟਸਾਈਡ ਕਰੈਕਟਰ ਇਕੱਲੇ ਕਰੈਕਟਰਸ ਹੈਗੇ, ਬਾਕੀ ਕੈਪੀਟਲ ਉਹ ਇਨਸਾਈਡ ਲਾਈਬਿਲਿਟੀ ਹੁੰਦੀ ਹੈ, ਇਸ ਲਈ ਆਪਾਂ ਟ੍ਰਾਂਸਫਰ ਨਹੀਂ ਕਰਾਂਗੇ। ਰਿਲੇਸ਼ਨ ਵਿੱਚ ਸਿਰਫ ਆਊਟਸਾਈਡ ਜਿਹੜੇ ਸਾਡੇ ਹੈਗੀ ਲਾਈਬਿਲਿਟੀ ਉਹ ਆਪਾਂ ਟ੍ਰਾਂਸਫਰ ਕਰ ਦਿੱਤੀ। ਹੁਣ ਆਪਾਂ ਪੇਮੈਂਟ ਕਰਾਂਗੇ। ਸਭ ਤੋਂ ਪਹਿਲਾਂ ਐਸਐਸ ਨੂੰ ਰਿਲਾਈਜ਼ ਕਰਾਂਗੇ। ਐਸਐਸ ਲੈਂਡ ਬਿਲਡਿੰਗ ਕਿੰਨੀ ਦੀ ਰਿਲਾਈਜ਼ ਹੋਈ 6000, ਪਲਾਂਟ ਮਸ਼ੀਨ ਦੀ ਚਾਰਜ ਆ, ਸਟਾਕ 1800 ਅਤੇ ਸਨਡਰੀ ਡੈਟਰ 2700। ਤਾਂ ਆਪਾਂ ਰਿਸਪੈਕਟਿਵਲੀ ਆਪਾਂ ਲਿਖ ਦਿੱਤੇ। ਟੋਟਲ ਹੈਗਾ 14500 ਦੇ ਅਸੀਂ ਬਾਏ ਬੈਂਕ ਅਕਾਊਂਟ ਲਿਖ ਕੇ ਰਿਲਾਈਜ਼ ਕਰ ਲਏ ਐਸੈਟਸ। ਫਿਰ ਪੇਮੈਂਟਸ ਕੀਤੀਆਂ, ਉੱਥੇ ਲਿਖਿਆ ਹੀ ਹੈ ਵੀ ਕਰੈਕਟਰਸ 5% ਦਾ ਡਿਸਕਾਊਂਟ ਦੇ ਰਹੇ। 5000 ਦੇ ਕਰੈਕਟਰਸ ਹੈਗੇ ਸੀ, ਉਹਦਾ 5% ਡਿਸਕਾਊਂਟ ਕਿੰਨਾ ਬਣੇਗਾ 250। ਸੋ 250 ਮਾਈਨਸ ਕਰਨ ਤੋਂ ਬਾਅਦ 4750 ਰੁਪੀਸ ਦੀ ਆਪਾਂ ਪੇਮੈਂਟ ਕਰ ਦਿੱਤੀ। ਕੰਟੀਜੈਂਸੀ ਲਾਈਬਿਲਿਟੀ ਹੈਗੀਆਂ 350 ਰੁਪਏ ਦੀਆਂ, ਉਹ ਵੀ ਆਪਾਂ ਪੇ ਕਰ ਦਿੱਤੀਆਂ, ਉਹ ਤਾਂ ਪੇ ਕਰਨੀਆਂ ਅਤੇ ਰੀਲੇਸ਼ਨ ਖਰਚੇ ਵੀ ਪੇ ਕਰ ਦਿੱਤੇ ਆ। ਜੋ ਮੈਂ ਇਹ ਵੀ ਗੱਲ ਬੋਲੀ ਸੀ ਵੀ ਖਰਚੇ ਭਾਵੇਂ ਦੱਸੇ ਹੋਣ ਜਾਂ ਨਾ ਦੱਸੇ ਹੋਣ, ਆਪਾਂ ਪੇ ਕਰਨੇ ਆ। ਠੀਕ ਹੈ, ਜੋ ਵੀ ਸਾਡੇ ਲਾਈਬਿਲਿਟੀਜ਼ ਆ ਉਹ ਆਪਾਂ ਪੇ ਕਰਨੀਆਂ ਅਤੇ ਐਸਐਸ ਉਹਨੇ ਨੇ ਰਿਲਾਈਜ਼ ਕਰਨਾ ਜਿੰਨੀ ਇਨਫੋਰਮੇਸ਼ਨ ਦਿੱਤੀ ਹੈ। ਜਿੰਨੀ ਇਨਫੋਰਮੇਸ਼ਨ ਆਪਾਂ ਉਹ ਵੀ ਰਿਲਾਈਜ਼ ਕਰ ਲਏ। ਹੁਣ ਦੋਨੋਂ ਸਾਈਡਾਂ ਦੇ ਟੋਟਲ ਕੀਤਾ, ਸਾਡਾ ਲਾਸ ਹੁੰਦਾ ਪਿਆ, ਜਾਣੀ ਕਿ ਡੈਬਿਟ ਸਾਈਡ ਵੱਡੀ ਆ, ਕ੍ਰੈਡਿਟ ਸਾਈਡ ਛੋਟੀ ਆ। ਕਿੰਨੇ ਨਾ 3180 ਦੇ ਨਾਲ। ਤੋਂ ਆਪਾਂ 4:3:1 ਦੀ ਰੇਸ਼ੋ 'ਚ A, B ਐਂਡ C ਦੇ ਵਿੱਚ ਵੰਡ ਦਿੱਤੀ। ਸੋ 1590 ਦਾ ਲਾਸ A ਨੂੰ ਗਿਆ, 1192 ਦਾ ਲਾਸ B ਨੂੰ ਗਿਆ ਅਤੇ 398 ਰੁਪਏ ਦਾ ਲਾਸ C ਨੂੰ ਗਿਆ। ਇਹ ਆਪਾਂ ਟ੍ਰਾਂਸਫਰ ਕਰ ਦਿੱਤੇ। ਲਾਸ ਐਜ਼ ਇਟ ਹੀ ਮੈਂ ਬੋਲਿਆ ਨਾ, ਐਜ਼ ਇਟ ਹੀ ਟ੍ਰਾਂਸਫਰ ਕਰ ਦਿੱਤਾ। ਹੁਣ ਇਹ ਕੈਸ਼ ਵੀ ਲੈ ਕੇ ਆਉਣਗੇ A ਅਤੇ B। ਠੀਕ ਹੈ, ਅਤੇ C ਦਾ ਵੀ ਆਪਾਂ ਵੇਖਦੇ ਹਾਂ ਉਹ ਕਿੰਨਾ ਕੈਸ਼ ਦੇ ਸਕਦਾ, ਉਹ ਆਪਾਂ ਅਗਲੇ 'ਚ ਵੇਖਦੇ ਹਾਂ। ਹੁਣ C ਦੀ ਇੱਕ ਤਾਂ ਪੈਸੇ ਦੇਣ ਵਾਲੇ ਰਹਿੰਦੇ ਆ, ਕੈਪੀਟਲ ਦੇ 2000 ਰੁਪਇਆ ਦੇਣ ਵਾਲਾ ਰਹਿੰਦਾ ਅਤੇ ਇੱਕ 398, ਅਤੇ ਟੋਟਲ C ਦਾ ਕਿੰਨਾ ਹੋ ਗਿਆ 2000 ਪਲੱਸ 398 398 ਉਹ 2398 ਰੁਪੀਸ ਟੋਟਲ C ਨੇ ਦੇਣੇ ਆ। ਉਹ 'ਚ ਸਿਰਫ ਕਿੰਨੇ ਪੈਸੇ ਪੇ ਕਰ ਸਕਦਾ, ਸਿਰਫ ਉਹਨਾਂ ਬੋਲੇ ਹੀ ਹੈ 60 ਪੈਸਾ। ਸੋ 60 ਪੈਸਾ 0.6 ਨਾਲ ਮਲਟੀਪਲਾਈ ਕਰ ਦਿਓ, ਤਾਂ ਤੁਹਾਡਾ ਆ ਜਾਏਗਾ 0.6, ਇਹ ਬਣੇਗਾ 1400 39 ਇੰਨਾ ਕੀ ਬਣਦਾ 1439। ਓਕੇ, ਹਾਂ ਇੰਨਾ ਹੀ ਬਣੇਗਾ। ਓਕੇ, ਤੇ ਲਿਖਿਆ ਵੀ ਹੋਣਾ ਕਦੇ, ਹਾਂ ਇੰਨਾ ਹੀ ਬਣਦਾ ਲਿਖਿਆ ਵੀ। ਸੋ ਓਕੇ, ਸੋ ਇੰਨਾ ਹੀ ਬਣੇਗਾ 1439। ਓਕੇ, ਸੋ ਇਹ 1439 ਰੁਪਏ 'ਤੇ ਪੇ ਕਰ ਦੇਗਾ C। ਪਰ ਬਾਕੀ ਕਿੰਨੇ ਰਹਿ ਗਏ 2398 'ਚ 1439 ਆਪਾਂ ਮਾਈਨਸ ਕਰ ਦਈਏ ਤਾਂ ਬਾਕੀ ਕਿੰਨੇ ਦਾ ਬਚਦਾ ਵਾ, ਇਹ ਬਚੇਗਾ 18 ਅਤੇ 9 ਅਤੇ ਇੱਥੇ 8 ਦੇ ਕਿੰਨੇ 5 ਅਤੇ ਇੱਧਰ ਹੋ ਗਿਆ 12 859 859 ਰੁਪਏ ਪੈਂਦੇ ਵੀ ਹੋਣੇ ਕਦੇ ਨਾ ਕਦੇ ਨਹੀਂ 859 ਨਹੀਂ ਬਣਨਗੇ, ਥੋੜ੍ਹਾ ਚੇਕ ਦੇ ਦਿਓ। 2398 ਵਿੱਚੋਂ ਮਾਈਨਸ ਕਰੋ ਇਹ, ਹਾਂਜੀ ਇੱਥੇ ਆਉਣਾ ਨਾ, ਹਾਂ 959 ਰੁਪਏ 959 ਰੁਪਏ A ਅਤੇ B ਆਪਸ ਵਿੱਚ ਸ਼ੇਅਰ ਕਰਨਗੇ ਆਪਣੀ ਪ੍ਰੋਫਿਟ ਸ਼ੇਅਰਿੰਗ, ਸੌਰੀ ਕੈਪੀਟਲ ਦੀ ਰੇਸ਼ੋ 'ਚ। ਜਿਹੜੀ ਡੈਫੀਸ਼ੀਐਂਸੀ ਹੋਏਗੀ ਉਹ ਕੈਪੀਟਲ ਦੀ ਰੇਸ਼ੋ 'ਚ ਕੀਤੀ ਜਾਏਗੀ। ਠੀਕ ਨਾ, ਕੈਪੀਟਲ ਦੀ ਰੇਸ਼ੋ, ਕਿਉਂਕਿ ਇਹੀ ਤਾਂ ਆਪਾਂ ਰੂਲ ਪੜ੍ਹਦੇ ਪਏ। ਕੈਪੀਟਲ ਦੀ ਰੇਸ਼ੋ ਕੀ ਹੈਗੀ ਆ 4:1। 12000 ਅਤੇ 3000 ਦੀ ਆਪਾਂ ਰੇਸ਼ੋ ਬਣਾਈ 4:1। ਸੋ ਆਹ 959 ਨੂੰ ਆਪਾਂ 4:1 ਦੀ ਰੇਸ਼ੋ ਵਿੱਚ ਡਿਸਟਰੀਬਿਊਟ ਕਰਾਂਗੇ। ਚਲੋ ਮੈਂ ਸਾਰਾ ਕੁਛ ਇੱਥੇ ਦੱਸ ਦਿੱਤਾ ਤੁਹਾਨੂੰ। ਓਪਨਿੰਗ ਕੈਪੀਟਲ ਆਪਾਂ ਲਿਖਤੀ 12000 3000, ਜੋ ਕੁਐਸਚਨ ਨੂੰ ਸ਼ੁਰੂ ਕੀਤਾ ਆਪਾਂ 12000 ਅਤੇ 3000। ਅਤੇ ਜਿਹੜੀ C ਦੀ ਉਹ ਡੈਬਿਟ ਸਾਈਡ 'ਤੇ ਲਿਖਾਂਗੇ ਕਿਉਂਕਿ ਇਹਦਾ ਡੈਬਿਟ ਬੈਲੈਂਸ ਆ ਕੈਪੀਟਲ ਦਾ, ਤਾਂ ਹੀ SS ID। ਅੱਛਾ, ਉਸ ਤੋਂ ਬਾਅਦ ਹੁਣ ਜਿਹੜੇ ਪੈਸੇ ਆ ਕਿੰਨੇ ਦਿੱਤੇ ਆ, C ਨੇ ਕਿੰਨੇ ਪੈਸੇ ਦਿੱਤੇ ਆ, ਉਹ C ਨੇ ਪੈਸੇ ਦਿੱਤੇ ਆ 1400, ਇੱਥੇ ਕੱਢਿਆ
हाँ 1439 टोटल ਇਹਦਾ 60 ਪੈਸਾ ਉਹਨਾਂ ਨੂੰ ਬੋਲਿਆ ਨਾ ਪੇ ਕਰਨ ਵਾਸਤੇ 1439। तो एंट्री की बनूगी ਉਹਦੀ एंट्री बननी है कैश और बैंक अकाउंट डेबिट टू सीज कैपिटल अकाउंट। सो सीज कैपिटल अकाउंट क्रेडिट होया, इसलिए क्रेडिट साइड ते कैपिटल अकाउंट की क्रेडिट साइड ते आप लिखता 1439 बाय बैंक। सो बैंक अकाउंट डेबिट टू सीज कैपिटल अकाउंट इत्थे लिख दिता। तो आ ਜਿਹੜੇ पैसे है ਜਿਹੜੇ लॉस हो गए ए ते बी लैके आउणगे, ठीक है ना। तो किन्ना ਇਹਦੀ एंट्री की बननी है, पहली एंट्री इत्थे पास करते पे सी कैश अकाउंट और बैंक अकाउंट डेबिट टू सॉल्वेंट पार्टनर्स कैपिटल अकाउंट। सॉल्वेंट पार्टनर्स का नाम की है एस कैपिटल ते बीस कैपिटल। सो एंट्री आप करांगे कैश अकाउंट डेबिट्स या बैंक अकाउंट डेबिट टू एस कैपिटल 1590 कैश अकाउंट डेबिट या बैंक अकाउंट डेबिट टू बीस कैपिटल 1192 तो 1192 आ लो। सो कैपिटल की क्रेडिट हुई है। सो कैपिटल की क्रेडिट साइड से आप पाता बाय बैंक 1590 1192 आ एंट्रीज हुई इतने। सो कैपिटल अकाउंट क्रेडिट हुई है। तो पहलों ए दी इतने ए लिख दो 1500 किन्ने ही 92। सो 1592 तो कैपिटल अकाउंट असीं बनाते पे तो कैपिटल अकाउंट की क्रेडिट साइड से आप एंट्री पुट कर दी। तो कैश जो बैंक अकाउंट बनावांगे वो डेबिट साइड से पुट कर देंगे। अब बैंक अकाउंट की डेबिट साइड से एंट्रीज हुई 92 नहीं फिर 90 है जी, मैं 90 कर लो, ठीक है। सो जो बैंक अकाउंट बनावांगे वो डेबिट साइड से आप लिख देंगे बाय ਜਾਂ सॉरी टू एस कैपिटल अकाउंट 1590 टू एस कैपिटल अकाउंट 1590। जो सी लैके आया सी वो एंट्री ये पाई है बैंक अकाउंट डेबिट टू सीज कैपिटल। सी की कैपिटल क्रेडिट हुई, कैपिटल अकाउंट की क्रेडिट साइड से बैंक डेबिट हुई, इसलिए बैंक की डेबिट साइड से एंट्री आप समझ के इस तरीके इतने मैं लिख भी देना, लिखा ना पवे तुहानूं किसी नूं। बैंक अकाउंट डेबिट टू सीज कैपिटल इस तरीके एस कैपिटल या बीस कैपिटल भी होएगी। सो 1100 कितना है 1439। सो जो सी दी कैपिटल जो कैपिटल अकाउंट है उसका कैपिटल अकाउंट क्रेडिट होया, इसलिए क्रेडिट साइड से बैंक अकाउंट डेबिट है, इसलिए डेबिट साइड से इस तरीके आप एंट्रीज पा दी। आ सारे ट्रीटमेंट्स हो गए अपने, ठीक है। सो जो कैश रिलाइज होया रीलाइजेशन तो 14500 का वो भी आप एंट्री ही पाई बैंक अकाउंट डेबिट टू रीलाइजेशन। सो बैंक अकाउंट की है डेबिट है, इसकी डेबिट साइड से आप वाली एंट्री इतने पा दी। अच्छा इतने मैं करदा पे। सो आ चीज़ां आप लिख दी। इधर साइड आप ओपनिंग बैलेंस भी लिख दिता सी, ठीक है जी। सो रीलाइजेशन तो जो लॉस होया वो ट्रांसफर करना है कैपिटल अकाउंट के एज इट ही अपने एंट्री की है लॉस ऑन रीलाइजेशन अकाउंट एंट्री यही बनी एस कैपिटल अकाउंट बीस कैपिटल अकाउंट सीज कैपिटल अकाउंट डेबिट टू रीलाइजेशन अकाउंट, ठीक है। सो रीलाइजेशन अकाउंट क्रेडिट होया है ये क्रेडिट साइड से कैपिटल अकाउंट सारी डेबिट हुई, इसलिए उन्होंने डेबिट साइड से एंट्रियाँ पाइया सारी आ वाली ओके। सो पा दी। सो उस तो बाद हुण जिहड़ी साडा मेन काम आ जांदा जिहड़ा लॉस बनिया है 2398 रुपये 2398 रुपये पे करने जिस 1439 रुपये ऑलरेडी पे कर चुका अकाउंट सी। बाकी कितना बचा 959 रुपये बचते वो आप वंड देने 3:1 की रेशो। ए नूं वंडण वास्ते टोटल हिस्से कितने बनते हैं 4 3:1 4 पार्ट बनते हैं। अब 4 ने डिवाइड करांगे तो मल्टीप्लाई करेंगे 3 दे नाल तो कितना बनता वा 767 रुपये इस पा देंगे। तो एक हिस्सा बनता 192 रुपये, एक ना मल्टीप्लाई करके बी की कैपिटल पा देंगे, क्योंकि मैं कि बोलिया जो पे करनगे इंसॉल्वेंट पार्टनर्स की डेफिशिएंसी तो सॉल्वेंट पार्टनर्स की कैपिटल डेबिट तो इंसॉल्वेंट पार्टनर की कैपिटल क्रेडिट होएगी। तो एंट्री की बनी होगी एस कैपिटल अकाउंट डेबिट बीस कैपिटल अकाउंट डेबिट टू सीज कैपिटल अकाउंट। सी की कैपिटल क्रेडिट हुई, ये क्रेडिट साइड से एंट्रियाँ पाई होनी वेखो आ सी की क्रेडिट साइड से दोनों एंट्रियाँ ए तो बी की डेबिट साइड से एंट्री। अच्छा वो सारे हिसाब किताब करने तो बाद ये साइड ये पैसे क्रेडिट स्टैंड करते हैं 11,233 के नाल उन्हें आप पेमेंट कर देंगे। क्रेडिट स्टैंड कर दी तो मैं बोलिया ना एंट्री होगी सॉल्वेंट पार्टनर्स कैपिटल अकाउंट डेबिट टू बैंक अकाउंट, ठीक है। सो वो ए दी कैपिटल स्टैंड कर दी है एस कैपिटल स्टैंड कर दी है 11,233 के नाल, ठीक है। तो बैंक थ्रू 11,233 की पेमेंट हो जाएगी, ठीक है। क्रेडिट स्टैंड कर दी तो ही तो देखो इधरली साइड वड्डी है इधरली साइड छोटी, सिर्फ आ दो चीज़ें ही हैं वो माइनस करने तो बाद इन्नी बचती है। एक क्रेडिट बैलेंस वा तो पेमेंट करके आप अकाउंट की कर देंगे सैटल कर देंगे ए का, इस तरीके बी का भी सैटल कर देंगे। तो सी को कोई पेमेंट नहीं क्योंकि वो ऑलरेडी पैसे उन्होंने आप दिते हैं।
ਇਸੇ ਤਰੀਕੇ ਨਾਲ ਇੱਥੇ ਬੈਂਕ ਅਕਾਊਂਟ ਕੀ ਜਾਂ ਕ੍ਰੈਡਿਟ ਹੋਈ, ਇਸ ਲਈ ਐਂਟਰੀਆਂ ਬੈਂਕ ਦੀ ਕ੍ਰੈਡਿਟ ਸਾਈਡ 'ਤੇ ਵੀ ਜਾਣੀਆਂ ਆ ਰਹੀਆਂ ਫਾਈਨਲ ਪੇਮੈਂਟਸ ਦੀਆਂ ਆਹ ਤੇ ਆਹ ਵਾਲੀਆਂ ਬਹੁੜੀਆਂ ਪੇਮੈਂਟਸ ਕੀਤੀਆਂ ਰੀਲਾਈਸ਼ਨ ਦੇ ਵਿੱਚ 5000 ਦੀ ਪੇਮੈਂਟਸ ਇੱਕ ਆਹ ਹੋਈ ਜਿਹਦੇ ਵਿੱਚ ਆਪਾਂ ਕ੍ਰੈਡੀਟਰ ਤੇ ਪੇਮੈਂਟਸ ਤੇ ਕੰਟੀਨਿਊਸੀ ਪੇ ਕੀਤੀ ਤੇ ਇੱਕ ਰੀਲੇਸ਼ਨ ਦੇ ਖਰਚੇ ਪੇ ਕੀਤੇ ਸੀ 200 ਰੁਪਏ ਦੇ। ਸੋ ਸਾਰੇ ਇੱਥੇ ਆਪਾਂ ਪੇਮੈਂਟਸ ਕਰ ਦਿੱਤੀਆਂ। ਸੋ ਐਟ ਦਾ ਐਂਡ ਫਾਈਨਲ ਅਕਾਊਂਟ ਕੀ ਹੋ ਗਿਆ, ਸੈਟਲ ਹੋ ਗਿਆ 19,321। ਸੋ ਆ ਰਹੇ ਪੈਸੇ ਜਿਹੜੇ ਡੈਫੀਸ਼ੀਐਂਸੀ ਬਚਦੀ। ਸੋ ਆਹ ਹੀ ਉਹਨਾਂ ਦੀ ਕੈਪੀਟਲ ਦੀ ਰੇਸ਼ੋ ਥੱਲੇ ਨੀਚੇ ਨੋਟ ਬਣਾ ਕੇ ਵੀ ਦੱਸਿਆ ਉਹਨਾਂ ਨੇ। ਸੋ ਸਾਰਾ ਇੱਦਾਂ ਦਾ ਕੁਛ ਨਹੀਂ, ਇਹ ਗਾਰਨਰ ਵਰਸਸ ਮੂਰੇ ਰੂਲ ਦੇ ਨਾਲ ਆਪਾਂ ਕਰਨਾ ਸੀ, ਕੋਈ ਫਰਕ ਨਹੀਂ ਆ, ਉਹਦੇ ਵਰਗਾ ਹੀ ਆ ਆਮ ਜਿੱਦਾਂ ਆਪਾਂ ਕੁਐਸਚਨ ਰੈਜ਼ੋਲੂਸ਼ਨ ਦਾ ਕਰਦੇ ਹਾਂ। ਬਸ ਡਿਫਰੈਂਸ ਇਹ ਆ ਵੀ ਇਹਦੇ ਵਿੱਚ ਜਿਹੜੀ ਡੈਫੀਸ਼ੀਐਂਸੀ ਹੁੰਦੀ ਆ ਉਹ ਪਾਰਟਨਰਸ ਦੀ ਕੈਪੀਟਲ ਵਿੱਚ ਡਿਸਟਰੀਬਿਊਟ ਕੀਤੀ ਜਾਂਦੀ ਹੈ। ਇੱਕ ਰੀਲਾਈਸ਼ਨ ਦਾ ਜੇ ਲਾਸ ਹੋਵੇ ਤਾਂ ਪਾਰਟਨਰਸ ਕੈਸ਼ ਦੇ ਰੂਪ 'ਚ ਲੈ ਕੇ ਆਉਂਦੇ, ਜਿਵੇਂ ਕਿ ਇੱਥੇ ਲੈ ਕੇ ਆਏ। ਠੀਕ ਹੈ, ਬਸ ਇੰਨਾ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।